ਦੋਸਤੋ ਅੱਜ ਪੰਜਾਬ ਖਾਸ ਤੌਰ ਦੇ ਉੱਤੇ ਜਿਹੜੇ ਖਿੱਤਿਆਂ ਦੇ ਵਿੱਚ ਹਰਾ ਇਨਕਲਾਬ ਹੋਇਆ ਉਹ ਖੇਤਰ ਬਹੁ ਪਰਤੀ ਸੰਕਟ ਦਾ ਸ਼ਿਕਾਰ ਨੇਗੇ, ਕਿਉਂਕਿ ਹਰਾ ਇਨਕਲਾਬ ਹੋਣ ਤੋਂ ਬਾਅਦ ਤੇ ਹਰੇ ਇਨਕਲਾਬ ਦੇ ਮਾਡਲ ਨੇ ਖੇਤੀਬਾੜੀ ਦੇ ਵਿੱਚ ਮਸ਼ੀਨੀਕਰਨ ਪੈਦਾ ਕਰਕੇ ਬਹੁਤ ਸਾਰੀ ਲੇਬਰ ਫੋਰਸ ਵਿਹਲੀ ਕਰ ਦਿੱਤੀ, ਜਿਹਦੇ ਕਰਕੇ ਨੌਜਵਾਨ ਹੈ ਜਿਹੜਾ ਬੇਰੁਜ਼ਗਾਰੀ ਦਾ ਸ਼ਿਕਾਰ ਹੋਇਆ। ਕਿਉਂਕਿ ਆਮ ਤੌਰ ਦੇ ਉੱਤੇ ਇਹ ਹੁੰਦਾ ਹੈ ਕਿ ਜਦੋਂ ਖੇਤੀਬਾੜੀ 'ਚ ਮਸ਼ੀਨੀਕਰਨ ਆਉਂਦਾ ਹੈ ਤਾਂ ਉੱਥੋਂ ਵਿਹਲੀ ਹੋਈ ਮਜ਼ਦੂਰ ਸ਼ਕਤੀ ਹੈ ਉਹ ਉਦਯੋਗਾਂ ਦੇ ਵਿੱਚ ਰੁਜ਼ਗਾਰ ਦੇ ਲਈ ਜਾਂਦੀ ਹੈ। ਦੂਸਰਾ ਕਾਰਨ ਇਹ ਵਾਪਰਿਆ ਕਿ ਗਲੋਬਲਾਈਜੇਸ਼ਨ ਖਾਸ ਤੌਰ ਵਿਸ਼ਵੀਕਰਨ ਦੀਆਂ ਨੀਤੀਆਂ ਤੋਂ ਬਾਅਦ ਸਰਕਾਰੀ ਅਦਾਰਿਆਂ ਦੇ ਵਿੱਚ ਭਰਤੀਆਂ ਰੁਕ ਗਈਆਂ ਤੇ ਜਾਂ ਛਾਂਟੀ ਹੋ ਗਈ ਤੇ ਬੇਰੁਜ਼ਗਾਰੀ ਦਾ ਡਬਲ ਪ੍ਰਭਾਵ, ਦੁੱਗਣਾ ਪ੍ਰਭਾਵ ਹੈ ਜਿਹੜਾ ਪਿਆ ਉਹਦੇ ਉੱਤੇ। ਇਸ ਕਰਕੇ ਇਹ ਕੁਝ ਹੋਰ ਕਾਰਨਾਂ ਦੇ ਕਾਰਨ ਜਿਹੜਾ ਨੌਜਵਾਨ ਵਰਗ ਹੈ ਇਹਨਾਂ ਖਿੱਤਿਆਂ 'ਚ ਖਾਸ ਤੌਰ 'ਤੇ ਪੰਜਾਬ ਹਰਿਆਣਾ ਦੇ ਵਿੱਚ ਉਹ ਨਸ਼ਿਆਂ ਦੇ ਰੁਝਾਨ ਦੇ ਵੱਲ ਜ਼ਿਆਦਾ ਵੱਧ ਗਿਆ ਹੈਗਾ ਤੇ ਇਹ ਨਸ਼ਿਆਂ ਵਾਲਾ ਸੰਕਟ ਹੈ ਇਹ ਦਿਨੋਂ ਦਿਨ ਹੋਰ ਜ਼ਿਆਦਾ ਗਹਿਰਾ ਹੁੰਦਾ ਜਾ ਰਿਹਾ ਹੈ। ਤੇ ਅੱਜ ਪੰਜਾਬ ਜਿਸ ਨੂੰ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਉੱਥੇ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਤੋ ਅੱਜ ਅਸੀਂ ਸਟੂਡੀਓ ਦੇ ਵਿੱਚ ਅੱਜ ਦੀ ਜਵਾਨੀ ਤੇ ਨਸ਼ਾ ਵਿਸ਼ੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਾਂਗੇ ਤੇ ਇਸ ਗੱਲਬਾਤ ਦੇ ਉੱਤੇ ਸਾਡੇ ਨਾਲ ਗੱਲ ਕਰਨ ਦੇ ਲਈ ਇਸ ਵਿਸ਼ਾ ਮਾਹਰ ਸਾਡੇ ਕੋਲੇ ਪਹੁੰਚੇ ਨੇਗੇ ਸ਼੍ਰੀ ਮੋਹਨ ਲਾਲ ਅਰੋੜਾ ਜੀ। ਇਹ ਸਰਸੇ ਤੋਂ ਨੇ, ਇਹ ਹਰਿਆਣਾ ਦੇ ਖਨਨ ਵਿਭਾਗ ਦੇ ਵਿੱਚੋਂ ਬਤੌਰ ਲੇਖਾਕਾਰ ਸੇਵਾ ਮੁਕਤ ਹੋਏ ਨੇ। ਅੱਜ ਕੱਲ੍ਹ ਵਕਾਲਤ ਦਾ ਪੇਸ਼ਾ ਕਰ ਰਹੇ ਨੇ, ਨਾਲ ਦੂਰਦਰਸ਼ਨ ਦੇ ਨਾਲ ਜੁੜੇ ਹੋਏ ਨੇ, ਉਸ ਦੇ ਸਰੋਤਾ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਵੀ ਨੇਗੇ, ਮੁੱਖ ਸਲਾਹਕਾਰ ਨੇ, ਕਾਨੂੰਨੀ ਸਲਾਹਕਾਰ। ਤੇ ਅਰੋੜਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਬਹੁਤ ਬਹੁਤ ਧੰਨਵਾਦ ਬੇਅੰਤ ਸਿੰਘ ਜੀ। ਅੱਜ ਦਾ ਆਪਣਾ ਵਿਸ਼ਾ ਹੈ ਅੱਜ ਦਾ ਕਿ ਇਹ ਨਸ਼ਿਆਂ ਦੇ ਨਾਲ ਸੰਬੰਧਿਤ, ਨੌਜਵਾਨੀ ਦੇ ਨਾਲ ਸੰਬੰਧਿਤ ਜਿਹੜੀ ਮੈਂ ਇਹ ਗੱਲ ਕੀਤੀ ਕਿ ਇੱਕ ਬੇਰੁਜ਼ਗਾਰੀ ਇੱਕ ਵੱਡਾ ਕਾਰਨ ਬਣ ਰਿਹਾ ਨਸ਼ਿਆਂ ਵਾਲੇ ਪਾਸੇ ਨੌਜਵਾਨਾਂ ਨੂੰ ਲੈ ਕੇ ਜਾਣ ਦੇ ਲਈ। ਤੁਸੀਂ ਇਸ ਦੇ ਉੱਤੇ ਲਗਾਤਾਰ ਲਿਖਿਆ ਵੀ ਹੈਗਾ ਤੇ ਇਹਦੇ ਤੇ ਬੋਲਦੇ ਵੀ ਰਹੇ ਹੋਗੇ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਬੇਰੁਜ਼ਗਾਰੀ ਹੈ ਜਿਹੜੀ ਇਹ ਮਾਨਸਿਕ ਤੌਰ ਦੇ ਉੱਤੇ ਨੌਜਵਾਨਾਂ ਨੂੰ ਉਸ ਪਾਸੇ ਕਿਵੇਂ ਧੱਕਦੀ ਹੈ ਤੇ ਬੇਰੁਜ਼ਗਾਰੀ ਕਿੰਨਾ ਕੁ ਕਾਰਨ ਹੈ ਬਣਦੀ ਹੈ ਨਸ਼ਿਆਂ ਵੱਲ ਨੌਜਵਾਨਾਂ ਨੂੰ ਲੈ ਕੇ ਜਾਣ ਦੇ ਲਈ। ਬੇਅੰਤ ਸਿੰਘ ਜੀ, ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਦੂਰਦਰਸ਼ਨ ਕੇਂਦਰ ਪਟਿਆਲਾ ਦਾ ਕਿ ਜਿਨ੍ਹਾਂ ਨੇ ਅੱਜ ਦੇ ਜਵਲਤ ਮੁੱਦੇ ਦੇ ਉੱਤੇ ਗੱਲਬਾਤ ਲਈ ਮੈਨੂੰ ਇੱਥੇ ਬੁਲਾਇਆ ਹੈ। ਮੈਂ ਇਸ ਵਿਸ਼ੇ ਦੇ ਉੱਤੇ ਕਹਿਣਾ ਚਾਹੂੰਗਾ ਕਿ ਬੇਰੁਜ਼ਗਾਰੀ ਨੌਜਵਾਨਾਂ ਵਾਸਤੇ, ਭਾਰਤ ਵਾਸਤੇ, ਸਾਡੇ ਸਾਰੇ ਹੀ ਸਟੇਟਾਂ ਵਾਸਤੇ ਇੱਕ ਬਹੁਤ ਵੱਡਾ ਕਲੰਕ ਬਣ ਗਈ ਹੈ। ਉਸ ਵਾਸਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਜਦੋਂ ਨੌਜਵਾਨ ਨੂੰ ਕੋਈ ਕੰਮ ਨਾ ਮਿਲੇ, ਉਹ ਘਰੇ ਬੈਠਾ ਹੋਵੇਗਾ ਜਾਂ ਕਿਤੇ ਵੀ ਹੋਵੇਗਾ ਤਾਂ ਉਹ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਤਾਂ ਬੇਅੰਤ ਸਿੰਘ ਜੀ, ਮੈਂ ਇਹੀ ਕਹਾਂਗਾ ਕਿ ਸਾਡੀਆਂ ਸਰਕਾਰਾਂ ਹੈ, ਸਾਡੇ ਜਿਹੜੇ ਬੁੱਧੀਮਾਨ ਲੋਕ ਹਨ, ਸਾਡੇ ਸਿੱਖਿਅਕ ਅਦਾਰੇ ਹਨ, ਉਹਨਾਂ ਨੂੰ ਕੋਈ ਕਿੱਤਾ ਮੁਖੀ ਜਿਹੜੇ ਹੈ ਵਿਸ਼ੇ ਚੁਣਨੇ ਚਾਹੀਦੇ ਹਨ ਤੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਸਮਾਜਿਕ ਪੱਖ ਵੱਲ ਲੈ ਕੇ ਜਾਣਾ ਚਾਹੀਦਾ ਹੈ ਅਤੇ ਕੋਈ ਨਾ ਕੋਈ, ਚਾਹੇ ਛੋਟਾ ਕੰਮ ਹੋਵੇ ਵੱਡਾ ਕੰਮ ਹੋਵੇ, ਉਸ ਪਾਸੇ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਜਿਵੇਂ ਤੁਸੀਂ ਨੇ ਇਹ ਗੱਲ ਕਹੀ ਕਿ ਕਿੱਤਾ ਮੁਖੀ ਕੰਮ ਤੇ ਉਹਨਾਂ ਨੂੰ ਰੁਜ਼ਗਾਰ ਵਾਲੇ ਪਾਸੇ ਆ ਜਿਹੜਾ ਲਾਉਣਾ ਚਾਹੀਦਾ ਹੈਗਾ। ਖਾਸ ਤੌਰ ਦੇ ਉੱਤੇ ਜਦੋਂ ਨਸ਼ਾ ਕਰ ਦਿਆਂਗੇ, ਆਪਾਂ ਦੇਖਿਆ ਇਹ ਇੱਕ BBC ਮੀਡੀਆ ਨੇ ਪੰਜਾਬ ਦੇ ਉੱਤੇ ਇੱਕ ਰਿਪੋਰਟ ਵੀ ਜਾਰੀ ਕੀਤੀ ਕਿ ਇਕੱਲਾ ਨਸ਼ਾ ਨਹੀਂ, ਨਸ਼ੇ ਦੇ ਨਾਲ ਹੋਰ ਅਲਾਮਤਾਂ ਵੀ ਪੈਦਾ ਹੁੰਦੀਆਂ ਨੇ। ਖਾਸ ਤੌਰ ਦੇ ਉੱਤੇ ਜਿਹੜੇ ਸਿੰਥੈਟਿਕ ਡਰੱਗ ਲੈਂਦੇ ਨੇ, ਟੀਕੇ ਲਾਉਂਦੇ ਨੇਗੇ, ਉਹਨਾਂ ਦੇ ਵਿੱਚ ਲਾਗ ਦੀਆਂ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਨੇਗੀਆਂ। ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਕਿ ਜਦੋਂ ਅਸੀਂ ਇਹ ਨਸ਼ਾ ਲੈਂਦੇ ਹਾਂ ਤੇ ਇਹ ਲਾਗ ਦੀਆਂ ਬਿਮਾਰੀਆਂ ਵੀ ਨੇ ਜਿਹੜੀਆਂ ਅੱਗੇ ਵੱਧਦੀਆਂ ਨੇ, ਨਸ਼ਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਬਿਮਾਰੀ ਹੈ ਤੇ ਹੋਰ ਬਿਮਾਰੀਆਂ ਨੂੰ ਵੀ ਇਹ ਜਨਮ ਦਿੰਦਾ ਹੈ, ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਬਹੁਤ ਹੀ ਸੋਹਣਾ ਸਵਾਲ ਕੀਤਾ ਹੈ। ਮੇਰੇ ਦਰਸ਼ਕਗਣ ਇਸ ਨੂੰ ਸੁਣ ਕੇ ਬੜਾ ਹੀ ਪਸੰਦ ਕਰਨਗੇ ਕਿ ਜਿਹੜਾ ਨਸ਼ਾ ਹੈ, ਜਿਹੜੀਆਂ ਬਿਮਾਰੀਆਂ ਹੈ, ਨਸ਼ਾ ਘਰ ਦੀ ਦੁਰਦਸ਼ਾ, ਜਦੋਂ ਇਸ ਪਾਸੇ ਵੱਲ ਕੋਈ ਆਉਂਦਾ ਹੈ
ਤਾਂ ਉਹ ਸਕਿੰਟਾਂ ਦੇ ਵਿੱਚ, ਕੁਝ ਮੂਵਮੈਂਟ ਦੇ ਵਿੱਚ ਹੀ ਆਪਣੇ ਆਪ ਨੂੰ ਦੂਜਿਆਂ ਤੋਂ ਅੱਗੇ ਵਧਾਉਣਾ ਚਾਹੁੰਦਾ ਹੈ, ਜਿਸ ਦੇ ਲਈ ਪੋਸਤ, ਅਫੀਮ, ਇਹ ਸ਼ਰਾਬ, ਇਹ ਤਾਂ ਪਿੱਛੇ ਰਹਿ ਗਈ। ਜੋ ਕਿ ਹੁਣ ਹੀਰੋਇਨ, ਜਿਹਨੂੰ ਆਪਾਂ ਚਿੱਟਾ ਕਹਿੰਦੇ ਆ, ਉਹ ਚਿੱਟੇ ਵੱਲ ਜਦੋਂ ਕਿ ਨੌਜਵਾਨ 1-2 ਡੋਜ਼ ਹੀ ਲੈ ਲੈਂਦਾ ਹੈ ਤਾਂ ਉਸ ਤੋਂ ਬਾਅਦ ਬੇਅੰਤ ਸਿੰਘ ਜੀ ਉਹ ਉਸ ਦੀ ਮਕੜੀ ਜਾਲ ਦੇ ਵਿੱਚ ਫਸ ਜਾਂਦਾ ਹੈ। ਤਾਂ ਇਸ ਕਰਕੇ ਬੇਰੁਜ਼ਗਾਰੀ ਅਤੇ ਨੌਜਵਾਨੀ ਇਸ ਵੱਲ ਜੋ ਵੱਧ ਰਹੀ ਹੈ, ਇਹ ਮੈਨੂੰ ਇਉਂ ਲੱਗਦਾ ਹੈ ਕਿ ਸਾਡੇ ਦਿਨ ਚੰਗੇ ਨਹੀਂ ਆਉਣਗੇ, ਸਾਡੇ ਵਾਸਤੇ ਬਹੁਤ ਦੁਖਦਾਈ ਹੈ। ਇਹ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਨਸ਼ਿਆਂ ਨਾਲ ਸੰਬੰਧਿਤ, ਖਾਸ ਤੌਰ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਵਾਲੇ ਖਿੱਤਾ ਇਹ ਚਰਚਾ ਦਾ ਵਿਸ਼ਾ ਵੀ ਹੈ ਜਿਹੜਾ ਰਿਹਾ। ਮੈਂ ਇਹਦੇ 'ਚ ਹਰੇ ਇਨਕਲਾਬ ਦਾ ਖਿੱਤਾ ਵਿਸ਼ੇਸ਼ ਤੌਰ 'ਤੇ ਜੋੜਿਆ ਵੀ ਹਰਿਆਣਾ ਵੀ ਨਾਲ ਲੱਗਦਾ, ਤੁਸੀਂ ਹਰਿਆਣੇ ਤੋਂ। ਮੈਂ ਇਹ ਜਾਣਨਾ ਚਾਹੂੰਗਾ ਕਿ ਇੱਕ ਪੰਜਾਬ ਦੇ ਸਾਬਕਾ ਅਧਿਕਾਰੀ ਨੇ, ਰਿਟਾਇਰ ਹੋ ਚੁੱਕੇ ਨੇ, ਉਹਨਾਂ ਨੇ ਇਹ ਕਿਹਾ, ਬਕਾਇਦਾ ਇੱਕ ਰਿਪੋਰਟ ਵੀ ਇਹਦੇ ਉੱਤੇ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਕਿ ਇਹਦੇ 'ਚ ਨਸ਼ਾ ਤਸਕਰ, ਸਿਆਸੀ, ਬਿਊਰੋਕਰੇਸੀ ਤੇ ਨਾਲ ਹੀ ਇੱਥੋਂ ਤੱਕ ਕਿ ਉਹਨਾਂ ਨੇ ਪੁਲਿਸ ਦਾ ਵੀ ਹੈ ਜਿਹੜਾ ਜ਼ਿਕਰ ਕੀਤਾ ਕਿ ਇਹ ਇੱਕ ਗੱਠਜੋੜ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ। ਇਹ ਗੱਠਜੋੜ ਵੀ ਇਹ ਨਸ਼ੇ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ, ਨੌਜਵਾਨਾਂ ਨੂੰ ਇਸ ਪਾਸੇ ਧੱਕਣ ਦੇ ਵਿੱਚ ਇੱਕ ਯੋਗਦਾਨ ਹੈ ਜਿਹੜਾ ਪਾ ਰਹੇ ਹੈ, ਤੇ ਇਸ ਨੂੰ ਵੀ ਹੈ ਜਿਹੜੀ ਨਕੇਲ ਕੱਸਣੀ ਚਾਹੀਦੀ ਹੈ। ਇਹ ਨਸ਼ਾ ਤਸਕਰ, ਸਿਆਸੀ ਗੱਠਜੋੜ, ਬਿਊਰੋਕਰੇਸੀ ਦਾ ਗੱਠਜੋੜ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਕਿਉਂਕਿ ਕਾਨੂੰਨੀ ਮਾਹਰ ਹੋ, ਅੱਜ ਕੱਲ੍ਹ ਵਕਾਲਤ ਦਾ ਪੇਸ਼ਾ ਵੀ ਹੈ ਜਿਹੜਾ ਉਹ ਕਰ ਰਹੇ ਹੋ, ਉਸ ਨਜ਼ਰੀਏ ਤੋਂ ਤੁਸੀਂ ਕੀ ਕਹਿਣਾ ਚਾਹੋਗੇ? ਇਸ ਦੀਆਂ ਕਾਨੂੰਨੀ ਮਾਨਤਾਵਾਂ ਵਾਲੇ ਪੱਖ ਤੋਂ ਕੀ ਕਹਿਣਾ ਚਾਹੋਗੇ? ਜੀ, ਬਹੁਤ ਖੁਸ਼ੀ ਹੋਈ ਇਹ ਸੁਣ ਕੇ। ਮੈਂ ਇਹ ਕਹੂੰਗਾ ਕਿ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਪਊਗਾ। ਸਫੇਦ ਪੋਸ਼, ਰੂਹ ਪੋਸ਼, ਜਿਹੜੇ ਕਿ ਸਾਡੇ ਰਾਜਨੀਤਿਕ ਹਨ, ਅਧਿਕਾਰੀ ਹਨ, ਜਾਂ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਸਮਗਲਰਾਂ ਨੂੰ ਜਾਂ ਸਾਡੇ ਨਸ਼ਾ ਖਾਣ ਵਾਲਿਆਂ ਨੂੰ ਸਹਾਇਤਾ ਦਿੰਦੇ ਹਨ, ਉਹ ਸਾਡੇ ਵਾਸਤੇ ਬਹੁਤ ਹੀ ਇੱਕ ਭੈੜੀ ਦੇਖਣ ਨੂੰ ਚੀਜ਼ ਹੈ ਜੀ। ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਕੋਈ ਵੀ ਕੰਮ ਹੈ ਸਹਿ ਤੋਂ ਬਿਨਾਂ ਨਹੀਂ ਹੁੰਦਾ। ਉਸ ਦੇ ਉੱਤੇ ਜਦੋਂ ਆਸ਼ੀਰਵਾਦ ਹੁੰਦਾ ਹੈ ਸਾਡੇ ਸਮਗਲਰਾਂ 'ਤੇ, ਉਹ ਸਮਗਲਰ ਕਿਸੇ ਰਾਜਨੀਤਿਕ ਪੱਖ ਨਾਲ, ਕਿਸੇ ਅਧਿਕਾਰੀ ਪੱਖ ਨਾਲ ਜੁੜੇ ਹੋਏ ਹੁੰਦੇ ਹਨ। ਤਾਂ ਬੇਅੰਤ ਸਿੰਘ ਜੀ, ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਸਾਡੇ ਜਿਹੜੇ ਸਿਆਸਤਦਾਨ ਹਨ ਉਹ ਨੌਜਵਾਨਾਂ ਨੂੰ ਚੰਗੇ ਕੰਮ ਦੀ ਬਜਾਏ ਬੁਰੇ ਪਾਸੇ ਵੱਲ ਧਕੇਲ ਦਿੰਦੇ ਹਨ ਤੇ ਆਪਣੀਆਂ ਜਿਹੜੀਆਂ ਜੇਬਾਂ ਹੈ, ਆਪਣੀਆਂ ਕੋਠੀਆਂ ਬਣਾ ਲੈਂਦੇ ਹਨ। ਤਾਂ ਉਸ ਵਾਸਤੇ ਸਾਨੂੰ ਬਹੁਤ ਹੀ ਸਜਗ ਹੋਣਾ ਚਾਹੀਦਾ ਹੈ, ਜਾਗਰੂਕ ਹੋਣਾ ਚਾਹੀਦਾ ਹੈ, ਤੇ ਜਿੱਥੋਂ ਤੱਕ ਸਾਨੂੰ ਨੌਜਵਾਨਾਂ ਨੂੰ, ਸਾਡੇ ਸੁਣਨ ਵਾਲਿਆਂ ਨੂੰ ਉਹਨਾਂ ਤੋਂ ਦੂਰ ਹੋਣਾ ਚਾਹੀਦਾ ਹੈ। ਜੇਕਰ ਕੋਈ ਉਹਨਾਂ ਕੋਲੇ ਚੰਗੀ ਗੱਲ ਹੈ ਤਾਂ ਦਿਲ ਦੇ ਵਿੱਚ ਰੱਖ ਲਓ, ਪਰ ਨਸ਼ੇ ਤੋਂ ਦੋਸਤੋ, ਉਹਨਾਂ ਤੋਂ ਤੁਸੀਂ ਉਹਨਾਂ ਦੇ ਨੇੜੇ ਨਾ ਆਓ। ਇਹਦੇ ਨਾਲ ਹੀ ਜੁੜੀ ਹੋਈ ਹੋਰ ਖਾਸ ਗੱਲ ਹੈ, ਕਿਉਂਕਿ ਆਪਾਂ ਇਹ ਕਹਿੰਦੇ ਹੈਗੇ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਮੇਲਾ ਹੈ ਜਿਹੜਾ ਉਹ ਵੋਟਾਂ ਹੁੰਦੀਆਂ ਨੇ। ਖਾਸ ਤੌਰ ਦੇ ਉੱਤੇ ਜਦੋਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ, ਤੇ ਫਿਰ ਜਦੋਂ ਲੋਕ ਸਭਾ ਦੇ ਲਈ ਚੋਣਾਂ ਹੁੰਦੀਆਂ ਨੇਗੀਆਂ, ਅਸੀਂ MP ਚੁਣਦੇ ਆਂਗੇ, ਉਦੋਂ ਇੱਕ ਤਰ੍ਹਾਂ ਦਾ ਐਵੇਂ ਹੁੰਦਾ ਹਿੰਦੁਸਤਾਨ 'ਚ ਜਿਵੇਂ ਜਸ਼ਨ ਦਾ ਮਾਹੌਲ ਹੋਵੇ। ਤੇ ਉਹ ਵੋਟਾਂ ਦੇ ਵਿੱਚ ਆਪਾਂ ਨੇ ਦੇਖਿਆ, ਵੋਟਾਂ ਦੇ ਦਿਨਾਂ ਦੇ ਦੌਰਾਨ, ਹਾਲਾਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੇ ਇਹ ਵੀ ਕਿਹਾ ਹੁੰਦਾ ਵੀ ਇੰਨੇ ਪੈਸੇ ਖਰਚਣੇ ਨੇ, ਇਦੋਂ ਵੱਧ ਤੁਸੀਂ ਗੱਡੀਆਂ ਨਹੀਂ ਲਿਜਾ ਸਕਦੇ, ਚੋਣ ਰੈਲੀਆਂ ਦੇ ਵਿੱਚ ਇੰਨੇ ਪੋਸਟਰ। ਤੇ ਆਪਾਂ ਦੇਖਿਆ ਵੀ ਉਹਨਾਂ ਦਿਨਾਂ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਹੈ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ। ਤੇ ਇੱਕ ਆਪਾਂ ਦੇਖਿਆ ਕਿ ਜਿਹੜੀ ਗਰੀਬ ਆਮ ਭੋਲੇ ਬੰਦੇ ਨੇ, ਉਹ ਇੱਕ ਸ਼ਰਾਬ ਦੀ ਬੋਤਲ ਦੇ ਲਈ ਜਾਂ ਛੋਟੇ-ਮੋਟੇ ਨਸ਼ੇ ਦੇ ਲਈ, ਜਾਂ ਖਾਸ ਤੌਰ 'ਤੇ ਰੈਲੀਆਂ 'ਚ ਜਿਹੜੇ ਨੌਜਵਾਨ ਜਾਂਦੇ ਨੇ, ਉਹਨਾਂ ਨੂੰ ਵੀ ਨਸ਼ਾ ਜਿਹੜਾ ਉਹ ਸਿਆਸੀ ਸਰਪ੍ਰਸਤੀ ਹੇਠ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਹੈ ਜਿਹੜਾ ਉਹ ਵੰਡਿਆ ਜਾਂਦਾ ਹੈਗਾ। ਬੇਅੰਤ ਸਿੰਘ ਜੀ, ਸਾਡਾ ਲੋਕਤੰਤਰ ਜਿਹੜਾ ਕਿ ਸਭ ਤੋਂ ਵੱਡਾ ਆਪਣਾ ਸਾਰੇ ਦੇਸ਼ਾਂ 'ਚੋਂ, ਯਾਨੀ ਕਿ ਵਿਸ਼ਵ ਦੇ ਵਿੱਚੋਂ ਅਸੀਂ ਵੱਡੇ ਲੋਕਤੰਤਰ ਦੇ ਵਿੱਚ ਰਹਿ ਰਹੇ ਹਾਂ। ਸਾਡਾ ਜਿਹੜਾ ਵੋਟ ਹੁੰਦਾ ਹੈ ਉਹ ਪ੍ਰਧਾਨ ਮੰਤਰੀ ਵੀ ਚੁਣਦਾ ਹੈ, ਉਹ ਮੁੱਖ ਮੰਤਰੀ ਵੀ ਚੁਣਦਾ ਹੈ, ਉਹ ਸਰਪੰਚ ਵੀ ਚੁਣਦਾ ਹੈ, MC ਵੀ ਚੁਣਦਾ ਹੈ। ਬਿਲਕੁਲ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਵੋਟਾਂ ਜਦੋਂ ਖਰੀਦ ਫਰੋਖਤ ਵਿੱਚ ਆ ਜਾਂਦੀਆਂ ਹਨ, ਨਸ਼ੇ ਦੇ ਵਿੱਚ ਆ ਜਾਂਦੀਆਂ ਹਨ, ਤਾਂ ਇਹ ਬਹੁਤ ਹੀ ਇੱਕ
ਦੁਖਦਾਈ ਗੱਲ ਹੁੰਦੀ ਹੈ। ਜਿਵੇਂ ਤੁਸੀਂ ਕਿਹਾ ਕਿ ਸ਼ਰਾਬ ਦੀ ਬੋਤਲ, ਉਹ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਹੁੰਦੀਆਂ ਹੈ ਉਹ ਅਸਲੀ ਨਹੀਂ ਹੁੰਦੀਆਂ, ਉਹ ਜੀ। ਟੀਕਿਆਂ ਤੋਂ ਬਣਾਈਆਂ ਉਹ ਵੀ ਗਈਆਂ ਨਕਲੀ ਹੁੰਦੀਆਂ ਸ਼ਰਾਬ ਜ਼ਿਆਦਾ ਹੁੰਦੀ ਹੈ। ਤੇ ਨਸ਼ਾ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਕੈਮੀਕਲ ਮਿਲਾ ਦਿੱਤੇ ਜਾਂਦੇ ਹਨ। ਤਾਂ ਇੱਥੇ ਜਿਹੜਾ ਸਾਡਾ ਮਾਨਯੋਗ ਇਲੈਕਸ਼ਨ ਕਮਿਸ਼ਨ ਹੈ ਬਹੁਤ ਸਾਰੀਆਂ ਹਦਾਇਤਾਂ ਜਾਰੀ ਕਰਦਾ ਹੈ, ਪਰ ਸਾਡੇ ਜਿਹੜੇ ਸਿਆਸਤਦਾਨ ਹੈ, ਸਾਡੇ ਅਮੀਰ ਲੋਕ ਹੈ, ਉਹ ਉਹਨਾਂ ਨੂੰ ਭੁਲਾ ਕੇ ਅੱਖੋਂ ਪਰੋਖੇ ਕਰਕੇ ਸਾਡੇ ਅਧਿਕਾਰੀਆਂ ਦੇ ਉੱਤੇ ਦਬਾਅ ਬਣਾ ਕੇ ਤੇ ਸਾਡੇ ਨੌਜਵਾਨਾਂ ਨੂੰ, ਸਾਡੇ ਜਿਹੜੇ ਪੇਂਡੂ ਲੋਕ ਹੈ, ਸਾਡੇ ਜਿਹੜੇ ਅਸ਼ਿਕਸ਼ਿਤ ਲੋਕ ਹੈ, ਉਹਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰਦੇ ਹਨ ਅਤੇ ਉਹ ਬਹੁਤ ਹੀ ਮਾੜਾ ਕੰਮ ਕਰਦੇ ਹਨ। ਉਹਨਾਂ ਨੂੰ ਸੁਧਾਰ ਦੇ ਪਾਸੇ ਆਉਣਾ ਚਾਹੀਦਾ ਹੈ। ਵੋਟ ਵਾਸਤੇ ਸਾਨੂੰ ਆਪਣੇ ਅਧਿਕਾਰ ਦੀ ਵਰਤੋਂ ਆਪਣੇ ਦੁਆਰਾ ਹੀ ਕਰਨੀ ਚਾਹੀਦੀ ਹੈ, ਨਾ ਕਿ ਨਸ਼ੇ ਨਾਲ। ਇੱਕ ਮੈਂ ਇਹ ਜਾਣਨਾ ਚਾਹੂੰਗਾ ਕਿ ਅਸੀਂ ਨੇ ਇਹ ਖਾਸ ਤੌਰ ਦੇ ਉੱਤੇ ਸਾਡੇ ਉੱਤਰੀ ਭਾਰਤ ਦੇ ਇਸ ਖਿੱਤੇ ਨੇ ਪੰਜਾਬ, ਕਿਉਂਕਿ ਪਹਿਲਾਂ ਸਾਂਝਾ ਪੰਜਾਬ ਹੁੰਦਾ ਸੀ, ਇੱਥੋਂ ਦੇ ਨੌਜਵਾਨ ਨੇ ਜਿਹੜੇ ਉਹ ਖੇਡਾਂ ਦੇ ਵਿੱਚ, ਕੁਸ਼ਤੀ 'ਚ, ਕਬੱਡੀ ਦੇ ਵਿੱਚ ਉਹ ਜਾਣੇ ਜਾਂਦੇ ਸੀ। ਇਸ ਖਿੱਤੇ ਦੀ ਮਾਂ ਖੇਡ ਕਬੱਡੀ ਕਿਹਾ ਜਾਂਦਾ ਹੈਗਾ ਕਿ ਹੁਣ ਜਿਹੜੇ ਕਬੱਡੀ ਦੇ ਟੂਰਨਾਮੈਂਟ ਨੇ ਉਹ ਵੀ ਇਸ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੇ ਨੇ। ਜਿਹੜੇ ਉਹਦੇ ਖਿਡਾਰੀ ਨੇ ਉਹ ਮੱਝਾਂ ਤੇ ਘੋੜਿਆਂ ਦੇ ਲਾਉਣ ਵਾਲੇ ਟੀਕੇ ਨੇ ਜਿਹੜੇ ਉਹ ਲਾਉਂਦੇ ਨੇਗੇ। ਤੇ ਇਸ ਪਾਸੇ ਤੁਹਾਨੂੰ ਕੀ ਲੱਗਦਾ ਵੀ ਇਹ ਖੇਡਾਂ ਵਾਲੇ ਪਾਸੇ ਨਸ਼ਾ ਜਿਹੜਾ ਕਿਵੇਂ ਆ ਗਿਆ? ਤਾਂ ਬੇਅੰਤ ਸਿੰਘ ਜੀ, ਮੈਂ ਮੇਰੇ ਸੁਣਨ ਵਾਲਿਆਂ ਨੂੰ ਇਹੀ ਕਹੂੰਗਾ ਕਿ ਤੁਸੀਂ ਆਪਣੇ ਸਰੀਰ ਦੇ ਜ਼ੋਰ ਤੇ ਖੇਡਾਂ ਕਰੋ। ਜਦੋਂ ਤੁਸੀਂ ਕੋਈ ਸਰਿੰਜਾਂ ਜਾਂ ਕੋਈ ਹੋਰ ਨਸ਼ੇ ਦੇ ਨਾਲ ਅੱਗੇ ਆਉਨੇ ਹੋ ਤਾਂ ਉਹ ਅੱਛਾ ਨਹੀਂ ਹੈ। ਇਸ ਕਰਕੇ ਤੁਸੀਂ, ਜਿਵੇਂ ਸਾਡੇ ਸਤਿਕਾਰਯੋਗ ਬਹੁਤ ਹੀ ਵਿਦਵਾਨ ਅਤੇ ਮਹਾਨ ਗੀਤਕਾਰ ਤੇ ਸਾਡੇ ਬਹੁਤ ਹੀ ਪਿਆਰੇ ਗੁਰਦਾਸ ਮਾਨ ਜੀ ਨੇ ਲਿਖਿਆ ਹੈ ਕਿ ਬਾਕੀ ਕੰਮ ਬਾਅਦ 'ਚ, ਪਹਿਲਾਂ ਖੇਡ ਜ਼ਰੂਰੀ ਹੈ। ਉਹਨਾਂ ਖੇਡਾਂ ਨੂੰ ਤੁਸੀਂ ਨਸ਼ੇ ਨਾਲ ਨਾ ਜੋੜੋ। ਮੈਂ ਇਹੀ ਕਹੂੰਗਾ ਕਿ ਤੁਸੀਂ ਘਿਓ ਦੁੱਧ ਪੀ ਕੇ, ਧਰਮ ਵੱਲ ਜਾ ਕੇ ਅਤੇ ਹੋਰ ਪਾਸੇ ਵੱਲੋਂ ਤੁਸੀਂ ਆਪਣੀ ਪੂਰੀ ਪ੍ਰੈਕਟਿਸ ਕਰਕੇ ਆਪਣੇ ਡੌਲਿਆਂ ਦੇ ਤੇ ਸਰੀਰ ਦੇ ਜ਼ੋਰ ਦੇ ਉੱਤੇ ਖੇਡਾਂ ਕਰੋ, ਨਾ ਕਿ ਤੁਸੀਂ ਸਰਿੰਜਾਂ ਦੇ ਨਾਲ ਇਹ ਕੰਮ ਕਰੋ। ਤਾਂ ਜਦੋਂ ਕਿਤੇ ਖੇਡਾਂ ਖਤਮ ਹੁੰਦੀਆਂ ਹਨ ਤਾਂ ਉੱਥੇ ਬਾਹਰਲੇ ਪਾਸੇ ਸਰਿੰਜਾਂ ਅਤੇ ਨਸ਼ੇ ਮਿਲ ਜਾਂਦੇ ਹਨ ਅਤੇ ਸਾਡੇ ਜਿਹੜੇ ਖੇਡ ਅਧਿਕਾਰੀ ਹੈ ਜਾਂ ਸਾਡੀਆਂ ਸਰਕਾਰਾਂ ਹੈ, ਉਹਨਾਂ ਨੂੰ ਬੇਅੰਤ ਸਿੰਘ ਜੀ ਇਸ ਤੇ ਪੂਰਾ ਪ੍ਰਤੀਬੰਧ ਅਤੇ ਪੂਰੀ ਪੁੱਛਤਾਛ ਕਰਕੇ ਉਸ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਇੱਕ ਬਹਿਸ ਚੱਲ ਰਹੀ ਹੈ ਕਿ ਜਿਹੜਾ ਇਹ ਸਿੰਥੈਟਿਕ ਨਸ਼ਾ ਹੈ, ਤੁਸੀਂ ਹੈਰੋਇਨ ਦੀ ਗੱਲ ਕੀਤੀ, ਚਿੱਟੇ ਦੀ ਗੱਲ ਕੀਤੀ, ਸਰਿੰਜਾਂ ਦੀ ਗੱਲ ਕੀਤੀ, ਕਿ ਇਹਦੀ ਓਵਰਡੋਜ਼ ਦੇ ਨਾਲ ਲਗਾਤਾਰ ਮੌਤਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇਗੀਆਂ। ਬੇਰੁਜ਼ਗਾਰੀ ਵੀ ਇਹਦਾ ਕਾਰਨ ਹੈ, ਕੁਝ ਆਪਾਂ ਨਸ਼ਾ ਤਸਕਰ ਸਿਆਸੀ ਗੱਠਜੋੜ ਵੀ ਇਹਦਾ ਕਾਰਨ ਹੈ। ਦੂਸਰਾ, ਹੁਣ ਕਰੋਨਾ ਕਾਲ ਦੇ ਦੌਰਾਨ ਜਦੋਂ ਬੇਰੁਜ਼ਗਾਰੀ ਹੈ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ, ਨੌਜਵਾਨ ਹੈ ਜਿਹੜਾ ਹੋਰ ਨਿਰਾਸ਼ਾ 'ਚ ਫਸਿਆ ਹੋਇਆ ਨਸ਼ੇ ਵੱਲ ਹੈ ਜਿਹੜਾ ਉਹ ਜਾ ਰਹੇ ਹੈਗਾ ਜੀ। ਇੱਕ ਇਹ ਬਹਿਸ ਦਾ ਵਿਸ਼ਾ ਬਣਦਾ ਹੈਗਾ ਕਿ ਜਦੋਂ ਪਹਿਲਾਂ ਪਰੰਪਰਾਗਤ ਨਸ਼ੇ ਸੀ ਜਿਹੜੇ, ਜੇ ਕੋਈ ਅਫੀਮ ਖਾਂਦਾ ਸੀ, ਜੇ ਕੋਈ ਭੁੱਕੀ ਖਾਂਦਾ ਸੀ, ਤੇ ਜਾਂ ਕੋਈ ਪੋਸਤ ਹੈ ਜਿਹੜੀ ਉਹ ਕਰਦਾ ਸੀ, ਜਿਵੇਂ ਰਾਜਸਥਾਨ ਦੇ ਵਿੱਚ ਪੋਸਤ ਦਾ ਨਸ਼ਾ, ਉਹ ਪੋਸਤ ਬੀਜਣੀ ਹੈ ਜਿਹੜੀ, ਉਹ ਉਹਨੂੰ ਕਾਨੂੰਨੀ ਮਾਨਤਾ। ਤੇ ਇੱਕ ਇਹ ਵੀ ਹੈਗਾ ਕਿ ਉੱਥੋਂ ਜਿਹੜਾ ਅਫੀਮ ਦਾ ਰੂਟ ਹੈ ਉਸ ਨੂੰ ਮੰਨਿਆ ਜਾਂਦਾ ਹੈਗਾ, ਉਸ ਏਰੀਏ ਨੂੰ ਮੰਨਿਆ ਜਾਂਦਾ ਹੈਗਾ। ਤੇ ਇਹ ਬਹਿਸ ਦੇ ਵਿੱਚ ਆਉਂਦੀ ਹੈਗੀ ਕਿ ਜੇ ਪੰਜਾਬ ਦੇ ਵਿੱਚ ਉਹ ਨਸ਼ਾ ਕਾਨੂੰਨੀ ਮਾਨਤਾ ਦੇ ਦਿੱਤੀ ਜਾਵੇ ਪੋਸਤ ਬੀਜਣ ਨੂੰ, ਤਾਂ ਜਿਹੜੇ ਸਿੰਥੈਟਿਕ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਨੇ ਉਹ ਰੋਕੀਆਂ ਜਾ ਸਕਦੀਆਂ ਨੇ। ਇਹ ਕਿੰਨਾ ਕੁ ਜਾਇਜ਼ ਹੈ? ਇਹ ਕਿੰਨਾ ਕੁ ਤੁਸੀਂ ਇਹਦੇ ਪੱਖ 'ਚੋਂ ਜਾਂ ਵਿਰੋਧ 'ਚੋਂ, ਜਾਂ ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਇੱਕ ਕਾਨੂੰਨੀ ਮਾਰ ਦੇ ਤੌਰ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਬੇਅੰਤ ਸਿੰਘ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਨਸ਼ਾ ਸੀ ਉਹ ਜਦੋਂ ਕੋਈ ਰੋਗੀ ਹੋ ਜਾਂਦਾ ਸੀ, ਉਸ ਨੂੰ ਨੀਂਦ ਨਹੀਂ ਆਉਂਦੀ ਸੀ, ਕੋਈ ਮੈਂਟਲ ਡਿਸਆਰਡਰ ਆਦਮੀ ਹੋ ਜਾਂਦਾ ਸੀ, ਰੋਗੀ ਹੋ ਜਾਂਦਾ ਸੀ, ਉਸ ਨੂੰ ਰਾਹਤ ਦੇਣ ਦੇ ਲਈ, ਉਸ ਨੂੰ ਆਰਾਮ ਦੇ ਲਈ ਬਣਾਇਆ ਗਿਆ ਸੀ ਜੀ। ਇਸ ਨਸ਼ੇ ਨੂੰ ਅਸੀਂ ਕਿਸ ਪਾਸੇ ਵੱਲ ਲੈ ਗਏ? ਆਪਣੇ ਸਰੀਰ ਨੂੰ ਪ੍ਰਫੁੱਲਿਤ ਕਰਨ ਵਾਸਤੇ, ਯਾਨੀ ਕਿ ਬਹੁਤ ਅੱਗੇ ਲਿਜਾਣ ਵਾਸਤੇ, ਪਰ ਉਹ ਸਾਡੀ ਦੁਰਦਸ਼ਾ ਹੋ ਜਾਂਦੀ ਹੈ। ਹੁਣ ਆਪਾਂ ਜਿਹੜੀ ਤੁਸੀਂ ਗੱਲ ਕੀਤੀ ਹੈ, ਆਪਾਂ ਨਸ਼ੇ ਦੀ ਜਿਹੜੀ ਖੇਤੀ ਹੈ ਉਹ ਰਾਜਸਥਾਨ ਦੀ ਗੱਲ ਕਰੀ ਹੈ, ਕੁਝ ਹਿੱਸੇ MP ਦੇ ਵਿੱਚ ਵੀ ਹੁੰਦੀ ਹੈ। ਬਿਲਕੁਲ। ਤਾਂ ਇਹ ਜਿਹੜਾ ਨਸ਼ਾ ਹੈ, ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ। ਇਸ ਨੂੰ ਜੇਕਰ ਮੈਡੀਕਲ ਸਾਇੰਸ ਦੇ ਵਿੱਚ ਜ਼ਰੂਰਤ ਹੈ, ਉਸ ਵਾਸਤੇ ਤਾਂ ਪੈਦਾਵਾਰ ਕਰ ਲੈਣੀ ਚਾਹੀਦੀ ਹੈ,
ਪਰ ਨਸ਼ੇ ਵਾਸਤੇ ਨਹੀਂ ਕਰਨੀ ਚਾਹੀਦੀ। ਇਹ ਮੈਂ ਸਹਿਮਤ ਨਹੀਂ ਹਾਂ। ਇਹਦੇ 'ਚ ਵੀ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਉਹਨਾਂ ਦਾ ਇੰਨਾ ਦਬਾਅ ਹੈਗਾ, ਕਿਉਂਕਿ ਉਹਨਾਂ ਨੂੰ ਵੀ ਇਹ ਲੱਗਦਾ ਹੈਗਾ ਕਿ ਜੇ ਇਹ ਕਾਨੂੰਨੀ ਹੋ ਗਿਆ, ਪੋਸਟ ਕਾਨੂੰਨੀ ਹੋ ਗਿਆ, ਤਾਂ ਫਿਰ ਜਿਹੜੀਆਂ ਉਹ ਦਵਾਈਆਂ ਬਣਾਉਂਦੇ ਨੇ, ਸਿੰਥੈਟਿਕ ਨਸ਼ਾ ਬਣਾਉਂਦਾ ਹੈਗਾ, ਉਹਨਾਂ ਦਾ ਵੀ ਕਿਤੇ ਤੁਹਾਨੂੰ ਲੱਗਦਾ ਵੀ ਉਹ ਸਿਆਸੀ ਦਬਾਅ ਹੈਗਾ ਗਾ ਹਿੰਦੁਸਤਾਨ ਦੇ ਹੁਕਮਰਾਨਾਂ ਦੇ ਉੱਤੇ, ਜਾਂ ਤੁਹਾਨੂੰ ਲੱਗਦਾ ਹੋਊਗਾ ਕਿ ਉਹ ਵੀ ਲੀਗਲ ਨਹੀਂ ਹੋਣ ਦੇਣਾ ਚਾਹੁੰਦੇ ਇਸ ਖੇਤੀ ਨੂੰ, ਕਿਉਂਕਿ ਜਿਹੜਾ ਪੋਸਟ ਦਾ ਵਪਾਰ ਹੈ ਉਹ ਰੂਟ ਅਫਗਾਨਿਸਤਾਨ ਦਾ ਰੂਟ ਹੈ ਜਿਹੜਾ ਅੰਤਰਰਾਸ਼ਟਰੀ ਗੱਠਜੋੜ ਮੰਨਿਆ ਜਾਂਦਾ ਹੈਗਾ। ਕੀ ਲੱਗਦਾ ਵੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਹੱਥ ਹੈ ਇਹਦੇ ਪਿੱਛੇ? ਜੀ ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ, ਕਿਉਂਕਿ ਜਦੋਂ ਗੱਠਜੋੜ ਨਾ ਹੋਊਗਾ ਜਾਂ ਨਾ ਬਣੂਗਾ, ਕਿਸੇ ਦੀ ਸ਼ਹਿ ਨਾ ਹੋਊਗੀ, ਆਸ਼ੀਰਵਾਦ ਨਾ ਹੋਊਗਾ, ਤਾਂ ਉਹ ਚੀਜ਼ ਅੱਗੇ ਵੱਧ ਨਹੀਂ ਸਕਦੀ ਹੈ ਜੀ। ਮੈਂ ਇਸ ਤੇ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਣਾ ਚਾਹੂੰਗਾ ਕਿ ਜਿਹੜੀ ਤੁਹਾਡੀ ਖੇਤੀ ਹੁੰਦੀ ਹੈ, ਜੇਕਰ ਅਸੀਂ ਉਸ ਤੇ ਹੀ ਨਿਰਭਰ ਹੋ ਜਾਈਏ ਤਾਂ ਜਿਹੜੇ ਸਾਡੇ ਸਮਗਲਰ ਹੈ, ਗਲਤ ਫਾਰਮਾਸਿਊਟੀਕਲ ਵਾਲੇ ਜੋ ਚੱਲਦੇ ਹਨ, ਉਹਨਾਂ ਤੇ ਨਕੇਲ ਲਾਈ ਜਾ ਸਕਦੀ ਹੈ। ਪਰ ਉਹ ਜਿਹੜੀ ਖੇਤੀ ਹੈ ਉਸ ਤੇ ਬੇਅੰਤ ਸਿੰਘ ਜੀ ਸਾਡੀਆਂ ਸਰਕਾਰਾਂ ਨੂੰ ਬਹੁਤ ਵੱਡੀ ਨਿਗਰਾਨੀ ਕਰਨੀ ਪਵੇਗੀ। ਬਿਲਕੁਲ, ਕਿਉਂਕਿ ਜਦੋਂ ਤੱਕ ਅਸੀਂ ਉਸ ਦੀ ਗਲਤ ਵਰਤੋਂ ਵੱਲ ਨਾ ਆਵਾਂਗੇ ਤਾਂ ਉਦੋਂ ਤੱਕ ਸਿਰਫ ਦਵਾਈਆਂ ਬਣਾਉਣ ਤੱਕ ਉਸ ਨੂੰ ਵਰਤਣਾ ਠੀਕ ਹੈ, ਜਿਹੜੀਆਂ ਬਿਮਾਰੀਆਂ ਨੂੰ ਠੀਕ ਕਰਦੀ। ਜੀ 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 ਨਸ਼ਾ ਜਿਹੜਾ ਹੈ ਕੁਝ ਬਿਮਾਰੀਆਂ ਲਈ ਜ਼ਰੂਰੀ ਹੈ ਜੀ, ਉਹਨਾਂ ਵਾਸਤੇ ਸਾਨੂੰ ਉਹ ਪੈਦਾਵਾਰ ਬਹੁਤ ਜ਼ਰੂਰੀ ਹੈ ਜੀ। ਪਰ ਜਿਹੜੀਆਂ ਸਿੰਥੈਟਿਕ ਹੈ, ਜਿਵੇਂ ਤੁਸੀਂ ਗੱਲ ਕੀਤੀ, ਮੈਂ ਉਸ ਦਾ ਉੱਤਰ ਦੇਵਾਂ, ਐਕਸੈਸ ਚੀਜ਼, ਜਦੋਂ ਵੀ ਕੋਈ ਵੀ ਚੀਜ਼ ਲੈ ਲਓ, ਤੁਸੀਂ ਘੀ ਜ਼ਿਆਦਾ ਖਾ ਲਓ, ਤੁਸੀਂ ਰੋਟੀ ਜ਼ਿਆਦਾ ਖਾ ਲਓ, ਤੁਸੀਂ ਉਸ ਦੇ ਉੱਤੇ ਆਓ। ਜਦੋਂ ਕੋਈ ਆਦਮੀ ਐਕਸੈਸ ਯਾਨੀ ਕਿ ਭਾਰੀ ਡੋਜ਼ ਲੈ ਲੈਂਦਾ ਹੈ ਤਾਂ ਉਸ ਨੇ ਮੌਤ ਵੱਲ ਹੀ ਵਧਣਾ ਹੈ। ਤਾਂ ਇਸ ਕਰਕੇ ਨਸ਼ਾ ਤਾਂ ਲੈਣਾ ਹੀ ਨਹੀਂ ਚਾਹੀਦਾ, ਤੇ ਜੇ ਲੈਣਾ ਚਾਹੀਦਾ ਕੋਈ ਬਿਮਾਰੀ ਵਾਸਤੇ ਲੈਣਾ ਚਾਹੀਦਾ ਹੈ, ਤੇ ਨੌਜਵਾਨ ਪੀੜ੍ਹੀ ਜਿਹਦੇ ਉੱਤੇ ਦੇਸ਼ ਨਿਰਭਰ ਹੈ ਉਸ ਨੂੰ ਤਾਂ ਇਸ ਪਾਸੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ। ਤੁਸੀਂ ਕਿਉਂਕਿ ਕਾਨੂੰਨੀ ਮਾਹਰ ਹੋਗੇ, ਅੱਜ ਕੱਲ੍ਹ ਵਕਾਲਤ ਦੇ ਪੇਸ਼ੇ 'ਚੋਂ ਜੀ, ਜਿਹੜਾ NDPS ਐਕਟ ਹੈਗਾ, ਆਮ ਤੌਰ ਦੇ ਉੱਤੇ ਇਹ ਚੀਜ਼ ਦੇਖਿਆ ਗਿਆ ਹੈਗਾ ਕਿ ਜਿਹੜਾ ਕੋਈ ਨਸ਼ਾ ਲੈਂਦਾ ਉਸ ਨੂੰ NDPS ਐਕਟ ਦੇ ਅਧੀਨ ਉਸ ਦੇ ਉੱਤੇ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈਗਾ ਜੀ। ਪਰ ਜਿਹੜੇ ਆਪਾਂ ਕਿਹਾ ਕਿ ਜਿਹੜੀਆਂ ਇਹਦੇ 'ਚ ਵੱਡੀਆਂ ਮੱਛੀਆਂ ਨੇ ਤੇ ਵੱਡੇ ਮਗਰਮੱਛ ਨੇਗੇ, ਜਿਹੜਾ ਨਸ਼ਾ ਲੈਣ ਵਾਲਾ ਉਹ ਖੁਦ ਵਿਕਟਮ ਹੈ ਇੱਕ ਤਰ੍ਹਾਂ ਦਾ ਜੀ, ਉਹ ਖੁਦ ਹੈ ਜਿਹੜਾ ਇਹਦੇ 'ਚ ਫਸਿਆ ਹੋਇਆ ਹੈਗਾ। ਕਿ ਤੁਹਾਨੂੰ ਨਹੀਂ ਲੱਗਦਾ ਵੀ NDPS ਐਕਟ 'ਚ ਇੱਕ ਤਾਂ ਉਹ ਪਹਿਲੀ ਨਸ਼ੇ 'ਚ ਫਸਿਆ ਹੋਇਆ, ਫਿਰ ਆਪਾਂ ਉਹਨੂੰ ਉਹਦੇ 'ਚ ਇੱਕ ਪਰਚੇ 'ਚ ਫਸਾ ਕੇ ਬਜਾਏ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਦੀ ਕਾਉਂਸਲਿੰਗ ਕਰਕੇ ਉਸ ਪਾਸੇ ਉਹਨੂੰ ਛਡਾਇਆ ਜਾਵੇ, ਤੇ ਬਲਕਿ ਉਹਦੇ ਰਾਹੀਂ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਕੇ ਜਿਹੜਾ ਉਹ ਸਪਲਾਈ ਚੇਨ ਹੈ ਜਿਹੜੀ ਉਹ ਤੋੜੀ ਜਾਵੇ। ਜਿਹੜੇ ਵੱਡੇ ਮਗਰਮੱਛ ਰਹਿ ਜਾਂਦੇ ਨੇ, ਜਿਹੜੇ ਨਸ਼ਾ ਕਰਨ ਵਾਲੇ ਨੇ, ਉਹਨਾਂ ਦੇ ਉੱਤੇ NDPS ਐਕਟ ਹੈ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਹੈ ਜਿਹੜਾ ਉਹ ਫਿਰ ਉਹ ਸਜ਼ਾ ਭੁਗਤਦੇ ਨੇਗੇ। ਇੱਥੋਂ ਤੱਕ ਕਿ ਕਈ ਇਹ ਵੀ ਸੁਣਨ ਦੇ ਵਿੱਚ ਆਉਂਦਾ ਹੈਗਾ ਕਿ ਜੇਲ੍ਹਾਂ ਦੇ ਵਿੱਚ ਵੀ ਨਸ਼ਾ ਸਪਲਾਈ ਹੈ ਜਿਹੜਾ ਉਹ ਉਹਨਾਂ ਤੱਕ ਪਹੁੰਚ ਜਾਂਦਾ ਹੈ। ਉਸ ਸਪਲਾਈ ਚੇਨ ਨੂੰ ਤੋੜਨ ਦੇ ਲਈ ਤੁਹਾਨੂੰ ਲੱਗਦਾ NDPS ਐਕਟ ਕਿੰਨਾ ਕੁ ਸਹਾਇਕ ਸਾਬਤ ਹੋ ਸਕਦਾ? ਜੀ ਸਰ, ਨਾਰਕੋਟਿਕਸ ਡਰੱਗ ਸਾਈਕੋਟ੍ਰੋਪਿਕ ਸਬਸਟੈਂਸਿਸ 1985, ਇਸ ਬਾਰੇ ਮੈਂ ਗੱਲ ਕਰਾਂ, ਸਾਡੀਆਂ ਕੋਰਟਾਂ ਬੜੀਆਂ ਸਖਤ ਹੋਈਆਂ ਜੀ। ਮਾਨਯੋਗ ਸਾਡੇ ਜੱਜ ਸਾਹਿਬਾਨ ਜਦੋਂ ਕੋਈ ਨਸ਼ਾ ਖਾਣ ਵਾਲੇ ਨੂੰ ਜਾਂ ਨਸ਼ਾ ਸਮਗਲਰ ਨੂੰ ਫੜਿਆ ਜਾਂਦਾ ਹੈ ਤਾਂ ਉੱਥੇ ਜਦੋਂ ਪੁਲਿਸ ਪੇਸ਼ ਕਰਦੀ ਹੈ ਤਾਂ ਜਿਵੇਂ ਕਿ ਇਨਵੈਂਟਰੀ ਹੁੰਦੀ ਹੈ, ਉਸ ਦੇ ਵਿੱਚੋਂ ਸੈਂਪਲ ਲਏ ਜਾਂਦੇ ਹਨ। ਫਿਰ ਉਸ ਦੀ ਜਿਹੜੀ ਜਿੱਥੋਂ ਉਹ ਨਸ਼ਾ ਆਇਆ ਹੁੰਦਾ ਹੈ, ਜਿੱਥੋਂ ਉਹ ਖਰੀਦਿਆ ਗਿਆ ਹੁੰਦਾ ਹੈ, ਉਸ ਵਾਸਤੇ ਸਰ ਸਾਡੇ ਜਿਹੜੇ ਮਾਨਯੋਗ ਨਿਆਇਧੀਸ਼ ਹੈ, ਜੱਜ ਹਨ, ਉਹ ਉਸ ਆਦਮੀ ਦਾ, ਉਸ ਵਿਕਟਮ ਦਾ ਪੁਲਿਸ ਰਿਮਾਂਡ ਦਿੰਦੇ ਹਨ ਜੀ ਕਿ ਇਸ ਦੀ ਤਹਿ ਤੱਕ ਜਾਇਆ ਜਾਵੇ। ਜਦੋਂ ਪੁਲਿਸ ਰਿਮਾਂਡ ਦੇ ਦਿੱਤਾ ਜਾਂਦਾ ਹੈ ਤਾਂ ਜਿਹੜੇ ਉਸ ਦੇ ਪਿੱਛੇ ਆਸ਼ੀਰਵਾਦ ਵਾਲੇ ਹੁੰਦੇ ਹਨ, ਅਧਿਕਾਰੀ ਮੰਨ ਲਓ ਚਾਹੇ ਰਾਜਨੀਤਿਕ ਮੰਨ ਲਓ, ਉਹ ਦਬਾਅ ਪਾ ਦਿੰਦੇ ਹਨ ਤੇ ਉੱਥੋਂ ਤੱਕ ਪਹੁੰਚਣ ਨਹੀਂ ਦਿੰਦੇ। ਜੇਕਰ ਅਸੀਂ ਕਹਿੰਦੇ ਹਨ ਕਿ ਉੱਠ ਮਾਰ ਦਈਏ ਤਾਂ ਚਿੱਚੜ ਆਪੇ ਝੜ ਜਾਂਦੇ ਹਨ, ਪਰ ਉੱਥੋਂ ਤੱਕ ਸਾਡੀ ਜਿਹੜੀ ਸਿਆਸਤ ਹੈ, ਸਾਡੇ ਜਿਹੜੇ ਲੋਕ ਹੈ, ਉਹ ਇਸ ਪਾਸੇ ਵੱਲ ਆਉਣ ਨਹੀਂ ਦਿੰਦੇ, ਕਿਉਂਕਿ ਸਾਡੇ ਜੱਜ ਸਾਹਿਬ ਕੁਰਸੀ ਦੇ ਉੱਤੇ ਬੈਠੇ ਹਨ, ਉੱਥੋਂ ਆਰਡਰ ਕਰ ਦਿੰਦੇ ਹਨ, ਉਹਨਾਂ ਨੂੰ ਇੰਪਲੀਮੈਂਟ ਪੁਲਿਸ ਨੇ ਕਰਨਾ ਹੁੰਦਾ ਹੈ। ਉੱਥੋਂ ਤੱਕ
ਕਿਸੇ ਨਾ ਕਿਸੇ ਦੀ ਪਹੁੰਚ ਹੋ ਜਾਂਦੀ ਹੈ। ਮੈਂ ਅਖੀਰ ਦੇ ਵਿੱਚ, ਕਿਉਂਕਿ ਤੁਸੀਂ ਨੇ ਬੜੀਆਂ ਖੂਬਸੂਰਤ ਗੱਲਾਂ ਨੇ ਜਿਹੜੀਆਂ ਕੀਤੀਆਂ ਨੇ ਇਹਦੇ ਨਾਲ ਸੰਬੰਧਿਤ, ਇੱਕ ਅਖੀਰ 'ਚ ਮੈਂ ਇਹ ਜਾਣਨਾ ਚਾਹੂੰਗਾ ਤੁਹਾਡੇ ਤੋਂ ਕਿ ਬਤੌਰ ਇੱਕ ਤੁਸੀਂ ਇੱਕ ਲੇਖਕ ਸਮਾਜ ਵਿਗਿਆਨੀ ਵੀ ਹੁੰਦਾ ਹੈਗਾ, ਕਿ ਨਸ਼ੇ ਵਾਲਾ ਜਿਹੜਾ ਇਹ ਵਰਤਾਰਾ ਹੈ ਜਿਹਦੇ 'ਤੇ ਅਸੀਂ ਕਈ ਪੱਖਾਂ ਦੇ ਉੱਤੇ ਗੱਲਬਾਤ ਕੀਤੀ ਹੈਗੀ, ਇਹਦੀ ਰੋਕਥਾਮ ਦੇ ਲਈ ਕਿਹੜੀਆਂ ਅਦਾਰੇ, ਸੰਸਥਾਵਾਂ, ਸਰਕਾਰਾਂ ਨੂੰ ਤੇ ਆਮ ਲੋਕਾਂ ਨੂੰ ਇਹ 'ਤੇ ਕੀ ਕਰਨਾ ਚਾਹੀਦਾ ਫੌਰੀ ਤੌਰ ਦੇ ਉੱਤੇ? ਇੱਕ ਤਾਂ ਹੁੰਦੇ ਨੇਗੇ ਸ਼ਾਰਟ ਟਰਮ ਪ੍ਰੋਗਰਾਮ, ਇੱਕ ਹੁੰਦੇ ਨੇਗੇ ਕਿ ਲੰਬੇ ਦਾਅ ਦੇ ਪ੍ਰੋਗਰਾਮ। ਅਸੀਂ ਜਿਹੜੇ ਫੌਰੀ ਤੌਰ ਦੇ ਉੱਤੇ ਤੇ ਲੰਬੇ ਦਾਅ ਦੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕੀ ਸਰਕਾਰ ਨੂੰ, ਸੰਸਥਾਵਾਂ ਨੂੰ, ਧਿਰਾਂ ਨੂੰ ਕੰਮ ਨੇ ਜਿਹੜੇ ਕਰਨੇ ਚਾਹੀਦੇ ਨੇ ਤਾਂ ਜੋ ਨਸ਼ਿਆਂ ਦੀ ਰੋਕਥਾਮ ਤੇ ਨੌਜਵਾਨਾਂ ਨੂੰ ਉਸ ਪਾਸੇ ਹੈ ਜਿਹੜਾ ਮਰਨ ਤੋਂ, ਉਸ ਪਾਸੇ ਗਰਕਣ ਤੋਂ ਰੋਕਿਆ ਜਾ ਸਕੇ? ਬਹੁਤ ਹੀ ਅੱਛਾ ਪ੍ਰਸ਼ਨ ਮੈਨੂੰ ਪਸੰਦ ਆਇਆ ਹੈ। ਤੁਸੀਂ ਜੋ ਕਿਹਾ ਹੈ, ਆਪਾਂ ਉਸ ਵੱਲ ਆਈਏ ਕਿ ਸਾਡੇ ਜਿਹੜੀ ਸੰਵਿਧਾਨਿਕ ਸੰਸਥਾ ਹੈ, ਸਾਡੇ ਉਹ ਕਾਨੂੰਨ ਬਣਾ ਦਿੰਦੇ ਹਨ, ਉਸ ਤੋਂ ਬਾਅਦ ਸਾਡੇ ਨਿਆਂਧੀਸ਼ ਉਸ ਨੂੰ ਲਾਗੂ ਕਰ ਦਿੰਦੇ ਹਨ, ਪਰ ਉਹ ਲਾਗੂ ਕਰਨ ਵਾਸਤੇ ਅੱਗੇ ਪੁਲਿਸ ਅਤੇ ਸਾਡੀਆਂ ਸੰਸਥਾਵਾਂ ਚੱਲਦੀਆਂ ਹਨ। ਪਰ ਮੈਂ ਸਭ ਤੋਂ ਵੱਡਾ ਉੱਤਰ ਇਹੀ ਦੇਣਾ ਚਾਹਾਂਗਾ ਕਿ ਸਾਡੀਆਂ ਸੰਸਥਾਵਾਂ, ਸਾਡੀਆਂ ਕੋਰਟਾਂ, ਸਾਡੀ ਪੁਲਿਸ ਉਨਾ ਚਿਰ ਕੁਝ ਨਹੀਂ ਕਰ ਸਕਦੀਆਂ ਜੀ ਜਿੰਨਾ ਚਿਰ ਲੋਕ ਜਾਗਰੂਕ ਨਾ ਹੋਣਗੇ। ਲੋਕ ਜਾਗਰੂਕਤਾ ਜ਼ਰੂਰੀ ਹੈ। ਸਾਡੇ ਵਿਦਿਅਕ ਅਦਾਰੇ, ਸਾਡੇ ਯੁਵਾ ਕਲੱਬ, ਸਾਡੀਆਂ ਸੰਸਥਾਵਾਂ, ਜਿੰਨੇ ਵੀ ਜਨ ਪ੍ਰਤੀਨਿਧੀ, ਉਹਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਯਾਨੀ ਕਿ ਨਿੱਜੀ ਹਿੱਤਾਂ ਤੋਂ ਦੂਰ ਉੱਠ ਕੇ ਸਾਡੇ ਜਿਹੜੇ ਨੌਜਵਾਨ ਹੈ, ਸਾਡੇ ਜਿਹੜੇ ਲੋਕ ਹਨ, ਭਾਰਤੀ ਨਾਗਰਿਕ ਹਨ, ਉਹਨਾਂ ਨੂੰ ਚੰਗੇ ਪਾਸੇ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਪੜ੍ਹਾਈ ਵੱਲ, ਪਰਿਵਾਰ ਨਿਯੋਜਨ ਵੱਲ ਅਤੇ ਹੋਰ ਜਿਹੜੀਆਂ ਖੇਤੀ ਵਾਲੀਆਂ ਚੀਜ਼ਾਂ ਹੈ, ਸਾਡੀਆਂ ਫੈਕਟਰੀਆਂ ਹੈ, ਉਹਨਾਂ ਵੱਲ ਰੋਜ਼ਗਾਰ ਵੱਲ ਵਧਾਉਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਜਿਹੜੇ ਸਾਡੇ ਤੋਂ ਨੀਵੇਂ ਲੋਕ ਹੈ, ਲੇਬਰ ਹੈ, ਉਹਨਾਂ ਦੀ ਭਲਾਈ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਦੋਸਤੋ, ਅੱਜ ਅਸੀਂ ਨੌਜਵਾਨ ਅਤੇ ਨਸ਼ਿਆਂ ਵਾਲੇ ਵਿਸ਼ੇ ਦੇ ਉੱਤੇ ਸਟੂਡੀਓ ਦੇ ਵਿੱਚ ਇਸ ਦੇ ਵੱਖ-ਵੱਖ ਪੱਖਾਂ ਦੇ ਉੱਤੇ ਗੱਲਬਾਤ ਕੀਤੀ ਤੇ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਹੈ ਜ਼ਰੂਰ ਪਸੰਦ ਆਈ ਹੋਊਗੀ। ਤੇ ਮੋਹਨ ਲਾਲ ਅਰੋੜਾ ਜੀ ਜਿਹੜੇ ਇੱਕ ਮਾਹਰ ਦੇ ਰੂਪ ਦੇ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਅਲੱਗ-ਅਲੱਗ ਪੱਖਾਂ ਤੇ ਪਹਿਲੂਆਂ ਦੇ ਉੱਤੇ ਜਿਨ੍ਹਾਂ ਨੇ ਚਾਨਣਾ ਪਾਇਆ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਜੀ। ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਅੱਜ ਦੀ ਨੌਜਵਾਨੀ ਤੇ ਨਸ਼ਿਆਂ ਵਾਲੇ ਵਿਸ਼ੇ ਨੂੰ ਖੋਲ੍ਹ ਕੇ ਸਰੋਤਿਆਂ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਰੱਖਿਆ। ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਜ਼ਰੂਰ ਪਸੰਦ ਆਈ ਹੋਊਗੀ। ਅਗਲੀ ਮੁਲਾਕਾਤ ਦੇ ਵਿੱਚ ਅਸੀਂ ਫਿਰ ਇੱਕ ਅਲੱਗ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਉਦੋਂ ਤੱਕ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।